जी आए ਨੂੰ प्यारे विद्यार्थियों 11th क्लास ਦੀ ਇੰਗਲਿਸ਼ ਦੀ ਬੁੱਕ ਦਾ ਜੋ ਚੈਪਟਰ ਹੈ 10 नो टाइम फॉर फीयर ਉਸ ਦੀ ਰੀਡਿੰਗ ਐਂਡ ਐਕਸਪਲੇਨੇਸ਼ਨ ਦਾ ਪਾਰਟ 3 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ ਤੇ ਔਖੇ ਸ਼ਬਦਾਂ ਦੇ ਅਰਥ ਜਿਹੜੇ ਦੱਸੇ ਜਾਣਗੇ ਉਹਨਾਂ ਨੂੰ ਤੁਸੀਂ ਨਾਲ ਦੇ ਨਾਲ ਨੋਟ ਕਰੀ ਜਾਣਾ ਹੈ ਤੇ ਟ੍ਰਾਂਸਲੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ। ਸੋ ਆਓ ਸ਼ੁਰੂ ਕਰੀਏ। ਬੀਅਰ ਹਗ। ਬੀਅਰ ਮੈਨੇ ਰਿਚ, ਹਗ ਮੈਨੇ ਜੱਫੀ। ਬੀਅਰ ਹਗ ਅਰਥਾਤ ਰਿਚ ਵੱਲੋਂ ਪਾਈ ਗਈ ਜੱਫੀ। ਹੁਣ ਬੱਚਿਓ ਇਹ ਇੱਕ ਮੁਹਾਵਰਾ ਵੀ ਹੈਗਾ। ਬੀਅਰ ਹਗ ਤੇ ਹੁੰਦਾ ਵੀ ਜਦੋਂ ਰਿਚ ਜਿਹੜਾ ਹੈ ਉਹ ਕਿਸੇ ਸ਼ਿਕਾਰ ਨੂੰ ਆਪਣੇ ਤੇ ਹਮਲਾ ਕਰ ਰਿਹਾ ਹੈ, ਉਹਨੂੰ ਜਿਹੜੇ ਆਪਣੇ ਕਲਾਵੇ 'ਚ ਲੈ ਲੈਂਦਾ ਹੈ ਤੇ ਫਿਰ ਉਹ ਸ਼ਿਕਾਰ ਲਈ ਉਸ ਕਲਾਵੇ 'ਚੋਂ ਬਾਹਰ ਨਿਕਲਣਾ ਮੁਮਕਿਨ ਨਹੀਂ ਹੁੰਦਾ ਵੀ ਬੀਅਰ ਦੇ ਵਿੱਚ ਰਿਚ ਵਿੱਚ ਇੰਨੀ ਤਾਕਤ ਹੁੰਦੀ ਹੈ। ਤੇ ਇਸ ਤੋਂ ਦੀ ਉਹ ਰਿਚ ਦੀ ਇਸ ਪਕੜ ਤੋਂ ਇੱਕ ਮੁਹਾਵਰਾ ਵੀ ਬਣਿਆ ਬੀਅਰ ਹਗ, ਜਿਹੜੀ ਕੁਸ਼ਤੀ ਹੁੰਦੀ ਹੈ। ਕੁਸ਼ਤੀ ਦੇ ਵਿੱਚ ਜਦੋਂ ਇੱਕ ਕੁਸ਼ਤੀਬਾਜ਼ ਆਪਣੇ ਦੂਜੇ ਵਿਰੋਧੀ ਨੂੰ ਆਪਣੀ ਬਾਹਾਂ ਦੇ ਵਿੱਚ ਜਕੜ ਲੈਂਦਾ ਤੇ ਆਪਣੇ ਜਿਹੜੀਆਂ ਉਂਗਲਾਂ ਨੂੰ ਉਹਨੂੰ ਫਿਰ ਫਸਾ ਲੈਂਦਾ, ਲੌਕ ਕਰ ਲੈਂਦਾ ਤੇ ਉਹਦੇ ਵਿੱਚੋਂ ਨਿਕਲਣਾ ਜੇ ਮੁਮਕਿਨ ਨਾ ਹੋਵੇ ਤੇ ਫਿਰ ਅਸੀਂ ਕਹਿੰਦੇ ਹਾਂ ਇਸ ਕੁਸ਼ਤੀਬਾਜ਼ ਨੇ ਆਪਣੇ ਵਿਰੋਧੀ ਨੂੰ ਬੀਅਰ ਹੱਗ ਵਿੱਚ ਲੈ ਲਿਆ, ਅਰਥਾਤ ਜਕੜ ਵਿੱਚ ਲੈ ਲਿਆ। ਸੋ ਬੀਅਰ ਹੱਗ ਇੱਕ ਤੇ ਰਿਚ ਵੱਲੋਂ ਪਾਈ ਗਈ ਜੱਫੀ ਦਾ ਵੀ ਮਤਲਬ ਹੈਗਾ ਤੇ ਮੁਹਾਵਰੇ ਦੇ ਤੌਰ ਤੇ ਕੁਸ਼ਤੀ ਦੇ ਵਿੱਚ ਵੀ ਇਹ ਸ਼ਬਦ ਜੋੜ ਵਰਤਿਆ ਜਾਂਦਾ ਹੈ ਜਦੋਂ ਇੱਕ ਕੁਸ਼ਤੀਬਾਜ਼ ਆਪਣੇ ਵਿਰੋਧੀ ਨੂੰ ਕਬੱਡੀ ਵਿੱਚ ਜਾਂ ਕੁਸ਼ਤੀ ਵਿੱਚ ਚੱਲੇ ਉਹਨੂੰ ਆਪਣੀ ਬਾਹਾਂ ਵਿੱਚ ਇੱਦਾਂ ਜਕੜ ਲੈਂਦਾ ਹੈ ਤੇ ਉਹ ਤੋਂ ਨਿਕਲਣਾ ਹੋਵੇ ਤੇ ਅਸੀਂ ਕਹਿੰਦੇ ਹਾਂ ਬੀਅਰ ਹੱਗ। ਠੀਕ ਹੈ, ਉਸ ਪੈਂਤੜੇ ਨੂੰ ਬੀਅਰ ਹੱਗ ਕਿਹਾ ਜਾਂਦਾ। ਕਹਿੰਦੇ ਨਾਓ ਦੀ ਸਨਾਰਲਿੰਗ ਗ੍ਰਿਜ਼ਲੀ ਟਰਨ ਟੂਵਰਡਸ ਮੈਲਕੌਮ। ਪਾਰਟ 2 ਜਿਹੜਾ ਸੀ ਉਹਦੇ ਅਖੀਰ 'ਚ ਅਸੀਂ ਪੜ੍ਹਿਆ ਕਿ ਉਹਨੇ ਜਿਹੜੇ ਬਾਰ ਨੂੰ ਦੇਖਿਆ ਕਿ ਬਾਰ ਦੇ ਉੱਤੇ ਚੜ੍ਹਿਆ ਹੋਇਆ ਲੱਤ ਤੇ ਖੜੀ ਹੈ ਗ੍ਰਿਜ਼ਲੀ ਤੇ ਉਹਦੀ ਧੌਣ ਦੇ ਪਿੱਛੇ ਮਾਸ ਨੂੰ ਚੱਬਦੀ ਪਈ ਹੈ ਤੇ ਫਿਰ ਮੈਲਕੌਮ ਨੇ ਛਾਲ ਮਾਰੀ, ਚਾਕੂ ਮਾਰਿਆ, ਉਹਦੇ ਕੁੱਬ ਤੇ ਬੈਠ ਕੇ ਉਹਨੂੰ ਛੁਰੇ ਮਾਰੇ ਤੇ ਜਿਹੜੇ ਖੂਨ ਨਿਕਲਿਆ ਤੇ ਉਹ ਫਿਰ ਕੀ ਹੋਇਆ ਕਿ ਉਹਨੇ ਆਪਣਾ ਸਿਰ ਝਟਕਾਇਆ, ਪਿੱਛੇ ਨੂੰ ਝਟਕਾ ਮਾਰਿਆ ਬੜੀ ਜ਼ੋਰ ਦੀ ਰਿਚ ਨੇ ਤੇ ਉਹਦੇ ਨਾਲ ਉਹਦਾ ਛੁਰਾ ਉੜਦਾ ਪਰੇ ਗਿਆ ਤੇ ਉਹਦਾ ਗੁੱਟ ਟੁੱਟ ਗਿਆ। ਠੀਕ ਹੈ, ਤੇ ਹੁਣ ਕੀ ਹੋਇਆ ਨਾਓ ਦੀ ਸਨਾਰਲਿੰਗ। ਸਨਾਰਲ ਹੁੰਦਾ ਬੱਚਿਓ ਫੁੰਕਾਰੇ ਮਾਰਨੇ ਗੁੱਸੇ ਵਿੱਚ, ਆਵਾਜ਼ਾਂ। ਜੇ ਜਾਨਵਰ ਵਾਸਤੇ ਵਰਤਿਆ ਜਾਵੇ ਤੇ ਅਸੀਂ ਕਹਾਂਗੇ ਨੱਕ ਮੂੰਹ ਚੋਂ ਗੁੱਸੇ ਵਿੱਚ ਆਵਾਜ਼ਾਂ ਕੱਢਣੀਆਂ ਤੇ ਜੇ ਮਨੁੱਖਾਂ ਵਾਸਤੇ ਵਰਤਿਆ ਜਾਵੇ ਤੇ ਅਸੀਂ ਕਹਿ ਸਕਦੇ ਹਾਂ ਗੁੱਸੇ ਵਿੱਚ ਅਵਾ ਤਵਾ ਬੋਲਣਾ, ਤਾਂ ਵੀ ਅਸੀਂ ਇਹ ਸਨਾਰਲ ਸ਼ਬਦ ਵਰਤਦੇ ਹਾਂ। ਸੋ ਕਹਿੰਦੇ ਨਾਓ ਦੀ ਸਨਾਰਲਿੰਗ ਗ੍ਰਿਜ਼ਲੀ ਅਰਥਾਤ ਹੁਣ ਗੁੱਸੇ 'ਚ ਫੁੰਕਾਰੇ ਮਾਰਦੀ ਗ੍ਰਿਜ਼ਲੀ ਟਰਨ ਟੂਵਰਡਸ ਮੈਲਕੌਮ, ਉਹਨੇ ਆਪਣਾ ਮੂੰਹ ਮੈਲਕੌਮ ਵੱਲ ਮੋੜਿਆ, ਅਰਥਾਤ ਬਾਹਰ ਨੂੰ ਛੱਡ ਕੇ ਹੁਣ ਉਹਨੇ ਆਪਣਾ ਰੁਖ ਮੈਲਕੌਮ ਵੱਲ ਕਰ ਲਿਆ। ਸ਼ੀ ਗ੍ਰੈਬਡ ਹਿਮ ਵਿਦ ਬੋਥ ਪੌਜ਼। ਪੌਜ਼ ਨੇ ਪੰਜੇ, ਨੁਹੰਦਰਿਆਂ ਵਾਲੇ ਪੈਰ, ਆਪਣੇ ਦੋਨੋਂ ਪੰਜਿਆਂ ਦੇ ਨਾਲ ਉਹਨੂੰ ਫੜ ਲਿਆ। ਗ੍ਰੈਬ ਮੈਨੇ ਜਕੜ 'ਚ ਲੈ ਲਿਆ। ਐਂਡ ਸਕਵੀਜ਼ਡ ਹਿਮ ਅਗੇਂਸਟ ਹਿਸ ਚੈਸਟ, ਤੇ ਆਪਣੀ ਛਾਤੀ ਦੇ ਨਾਲ ਕੁੱਟਿਆ। ਸਕਵੀਜ਼ ਮੈਨੇ ਨਿਚੋੜ ਦਿੱਤਾ, ਛਾਤੀ ਦੇ ਨਾਲ ਕੁੱਟਿਆ, ਬੰਨਿਆ। ਦੀ ਸਮੈਲ ਆਫ ਬਲੱਡ ਐਂਡ ਬੀਅਰ ਨੌਸੀਟਡ ਹਿਮ। ਨੌਸੀਟ ਹੁੰਦਾ ਦਿਲ ਕੱਚਾ ਕਰਨਾ, ਉਲਟੀ ਆਉਣ ਨੂੰ ਹੋਣੀ, ਕੋਈ ਗੰਦਾ ਮੁਸ਼ਕ ਹੋਵੇ ਖਾਸ ਤੌਰ ਤੇ, ਜਾਂ ਅਸੀਂ ਕੋਈ ਗੰਦੀ ਭੈੜੀ ਚੀਜ਼ ਚੱਖ ਲਈਏ ਤੇ ਸਾਨੂੰ ਕਿਤੇ ਉਲਟੀ ਆਉਣ ਨੂੰ ਹੁੰਦੀ ਹੈ ਤੇ ਉਹਨੂੰ ਕਹਿੰਦੇ ਨੌਸੀਟ। ਦੀ ਸਮੈਲ ਆਫ ਬਲੱਡ ਅਰਥਾਤ ਖੂਨ ਦਾ, ਜੋ ਖੂਨ ਦੀ ਵਾਸ਼ਨਾ, ਐਂਡ ਬੀਅਰ ਦੀ ਜਿਹੜਾ ਰਿਛ ਦਾ ਮੁਸ਼ਕ ਸੀਗਾ ਤੇ ਉਹਦੇ ਖੂਨ ਦਾ ਮੁਸ਼ਕ ਸੀਗਾ। ਨੌਸੀਟਡ ਹਿਮ ਅਰਥਾਤ ਉਹਦੇ ਦਿਲ ਨੂੰ ਕਚਿਆ ਦਿੱਤਾ, ਉਹਨੂੰ ਉਲਟੀ ਆਉਣ ਵਾਂਗੂ ਹੋਇਆ ਕਿਉਂਕਿ ਉਹਨੇ ਉਹਦੇ ਆਪਣੇ ਕਲਾਵੇ 'ਚ ਲੈ ਲਿਆ ਸੀ ਨਾ ਤੇ ਉਹਦਾ ਜਿਹੜਾ ਨੱਕ ਮੂੰਹ ਸੀ ਉਹ ਰਿਛ ਦੇ ਨਾਲ ਜੁੜਿਆ ਹੋਇਆ ਸੀ ਹੁਣ, ਤੇ ਉਹਨੂੰ ਮੁਸ਼ਕ ਆਵੇ ਤੇ ਉਹਦਾ ਦਿਲ ਕੱਚਾ ਕੱਚਾ ਹੋਇਆ। ਦੀ ਗ੍ਰਿਜ਼ਲੀ ਸਵੈਟਿਡ ਐਟ ਹਿਮ ਵਿਦ ਹਰ ਹਿਊਜ ਪੌਜ਼। ਹਿਊਜ ਮੈਨੇ ਭਾਰੇ, ਕਲੌਜ਼ ਮੈਨੇ ਨੁੰਦਰੇ, ਉੱਤੇ ਥੱਪੜ ਮਾਰੇ, ਬੜੀ ਦਾ ਥੱਪ 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 ਕੀਤੀ ਉੱਤੇ। ਦੀ ਗ੍ਰਿਜ਼ਲੀ ਸਵੈਟਿਡ ਐਟ ਹਿਮ ਵਿਦ ਹਰ ਹਿਊਜ ਕਲੌਜ਼, ਆਪਣੇ ਭਾਰੇ ਪੰਜਿਆਂ ਦੇ ਨਾਲ, ਨੌਂਦਰਿਆਂ ਦੇ ਨਾਲ ਉਹਨੇ ਉੱਤੇ ਥੱਪੜ ਮਾਰੇ। ਦੀ ਫਸਟ ਬਲੋ ਮੈਨੇ ਪਹਿਲਾ ਵਾਰ, ਪਹਿਲੀ ਸੱਟ ਜਿਹੜੀ ਸੀ, ਟੁੱਕ ਆਫ ਹਿਜ਼ ਹੇਅਰ, ਉਹਦੇ ਸਾਰੇ ਵਾਲਾਂ ਨੂੰ ਉਖਾੜਤਾ ਉਹਦੇ ਮੈਲਕੌਮ ਦੇ। ਇਨ ਵਨ ਪੀਸ, ਇੱਕੋ ਪੀਸ ਵਿੱਚ, ਲਾਈਕ ਅ ਵਿਗ। ਵਿਗ ਹੁੰਦੀ ਹੈ ਬੱਚੇ ਉਹ ਜਿਹੜੇ ਗੰਜੇ ਲੋਕ ਨਹੀਂ ਹੁੰਦੇ ਟਿੰਡ ਵਾਲੇ, ਉਹ ਕੀ ਕਰਦੇ ਨਕਲੀ ਵਾਲ ਜਿਹੜੇ ਨੇ ਆਪਣੇ ਸਿਰਾਂ ਤੇ ਲਾਉਂਦੇ ਨੇ ਤੇ ਉਹਦੇ ਥੱਲੇ ਇੱਕ ਉਹ ਬਣੀ ਹੁੰਦੀ ਰਬੜ ਜੀ ਜਾਂ ਕੋਈ ਪੀਸ ਬਣਿਆ ਹੁੰਦਾ ਉੱਤੇ ਸਿਰ ਤੇ ਟਿਕਾ ਲੈਂਦੇ ਨੇ ਵੀ ਉਹ ਸਾਰੀ ਚੀਜ਼ ਨੂੰ, ਵਾਲਾਂ ਨੂੰ, ਉਸ ਸਿਸਟਮ ਨੂੰ ਕਿਹਾ ਜਾਂਦਾ ਵਿਗ। ਕਹਿੰਦੇ ਜਿੱਦਾਂ ਇੱਕ ਵਿਗ ਉਤਰਦੀ ਹੈ, ਵਿਗ ਬੰਦਾ ਗੰਜਾ ਬੰਦਾ ਲਾ ਲੈਂਦਾ, ਉਹਦੇ ਸਾਰੇ ਵਾਲ ਹਿਜ਼
इन वन पीस इक्को पीस विच बाहर आ गए। पहले नूं हुंदरे मतलब इन्नी जबरदस्त ओहदी सट सी रिछ दी। मोस्ट ऑफ हिज स्कैल्प गोइंग विद इट, स्कैल्प मैंने उहदी खोपड़ी, मोस्ट ऑफ हिज मतलब कि उहदी खोपड़ी दा वड्डा हिस्सा गोइंग विद इट उहदे नाल ही चला गया, वालां दे नाल उहदी खोपड़ी भी उखड़ गई। then he was rolling over, ਤੇ ਫਿਰ ਉਹ ਲਿਟਦਾ ਪਿਆ ਸੀਗਾ, clutched by the bear, ਅਰਥਾਤ ਰਿਛ ਨੇ ਫੜੇ ਹੋਏ ਨੂੰ ਉਹਨੂੰ ਲਿਟਿਆ, ਜਿੱਦਾਂ ਬੰਦਾ ਘਮਾਟਣੀਆਂ ਖਾਂਦਾ ਨਾ ਥੱਲੇ, ਜਿੱਦਾਂ ਅਸੀਂ ਜਿਹੜੇ ਬੰਦੇ ਕਬੱਡੀ ਖੇਡਦੇ ਨੇ ਤੇ ਕਿੱਦਾਂ ਇੱਕ ਦੂਜੇ ਨੂੰ ਫੜ ਕੇ ਲਿਟਦੇ ਨੇ ਜਾਂ ਨਿਆਣੇ ਲਿਟਦੇ ਨੇ ਫਰਸ਼ ਉੱਤੇ, ਤੇ ਉੱਦਾਂ ਬੀਅਰ ਨੇ ਰਿਛ ਨੇ ਉਹਨੂੰ ਫੜੇ ਹੋਏ ਨੂੰ ਇੱਦਾਂ ਉਹਨੂੰ ਲਿਟਿਆ, ਉਹ ਮਤਲਬ ਇੱਦਾਂ ਰਿੜਦਾ ਗਿਆ। ਦੀ ਡਿਜ਼ਿੰਗ ਮੋਸ਼ਨ, ਡਿਜ਼ਿੰਗ ਮੈਨੇ ਚਕਰਾ ਦੇਣ ਵਾਲਾ, ਜਿਹਨਾਂ ਚੱਕਰ ਆਉਣ, ਇਹ ਚਕਰਾ ਦੇਣ ਵਾਲੀ ਜਿਹੜੀ ਹਲਚਲ ਸੀਗੀ ਸਟਾਪਡ, ਫਿਰ ਰੁਕੀ ਅੱਗੇ ਜਾ ਕੇ, ਜਿਹੜੇ ਰੜਦੇ ਰੜਦੇ ਰੁਕੇ। ਵੈਨ ਦੇ ਰੀਚ ਦੀ ਗਲੀ ਬਾਟਮ, ਜਦੋਂ ਉਹ ਖੱਡ ਜਿਹੜੀ ਸੀਗੀ ਜਿੱਥੇ ਉਹਦੇ ਬੱਚੇ ਖੇਡਦੇ ਪਏ ਸੀ, ਉਹਦੇ ਜਿਹੜਾ ਤਲ ਸੀਗਾ ਉੱਤੇ ਪਹੁੰਚੇ, ਤੇ ਫਿਰ ਇਹ ਜਿਹੜਾ ਰਿੜਨ ਦਾ ਕੰਮ ਸੀ ਰੁਕ ਗਿਆ। ਦੀ ਬੀਅਰ ਰੇਕਡ ਹਿਜ਼ ਫੇਸ ਰਿਪੀਟਡਲੀ, ਰੇਕ ਹੁੰਦਾ ਦੰਦਾਲੀ ਦੇ ਨਾਲ, ਜਿਹੜਾ ਪੰਜਿਆਂ ਦੇ ਨਾਲ ਖੁਰਚਿਆ। ਰਿਛ ਨੇ ਉਹਦੇ ਚਿਹਰੇ ਨੂੰ ਬਾਰ-ਬਾਰ ਆਪਣੇ ਪੰਜਿਆਂ ਨਾਲ ਖੁਰਚ ਦਿੱਤਾ। ਐਜ਼ ਸ਼ੀ ਬੈਂਟ ਮੈਨੇ ਉਹ ਗ੍ਰਿਜ਼ਲੀ, ਸ਼ੀ ਕਿਉਂ ਵਰਤਿਆ, ਕਿਉਂਕਿ ਮਦਰ ਗ੍ਰਿਜ਼ਲੀ ਹੈਗੀ ਨਾ, ਮਾਦਾ ਰਿਛ ਹੈਗਾ। ਸੋ ਐਜ਼ ਸ਼ੀ ਬੈਂਟ, ਜਿੱਦਾਂ ਹੀ ਉਹ ਮੁੜੀ, ਟੂ ਰਿਪ ਮੈਨੇ ਚੀਰ ਫਾੜ ਕਰਨ ਲਈ, ਇਨਟੂ ਹਿਜ਼ ਨੈਕ, ਉਹਦੀ ਧੌਣ ਵਿੱਚ, ਐਂਡ ਸ਼ੋਲਡਰ ਮੋਢੇ ਵਿੱਚ, ਵਿਦ ਹਰ ਟੀਥ, ਅਰਥਾਤ ਜਿੱਦਾਂ ਹੀ ਬੀਅਰ ਜਿਹੜਾ ਸੀ, ਰਿਛ ਜਿਹੜੀ ਸੀ, ਉਹਨੇ ਮੂੰਹ ਥੱਲੇ ਨੂੰ ਕੀਤਾ ਕਿ ਉਹਦੀ ਧੌਣ ਨੂੰ ਤੇ ਉਹਦੇ ਮੁੰਡੇ ਨੂੰ ਚੱਬ ਕੇ ਫਾੜ ਸਕੇ। ਮੈਲਕਮ ਫ੍ਰੀਲੀ ਜੈਬਡ ਵਿਦ ਹਿਜ਼ ਫਿਸਟ, ਫਿਸਟ ਹੁੰਦੀ ਮੁੱਕੀ, ਜੈਬ ਹੁੰਦੀ ਹੈ ਦੱਬਣਾ ਜਾਂ ਸੱਟ ਮਾਰਨੀ, ਤੇ ਮੈਲਕਮ ਨੇ ਕੀ ਕੀਤਾ, ਫ੍ਰੀਲੀ ਮੈਨੇ ਮਤਲਬ ਕਿ ਇੱਧਰ ਦੇਖ ਉੱਧਰ ਕੋਈ ਦੇਖਿਆ, ਕੋਈ ਬੇਹਿਸਾਬੇ ਨੇ, ਫ੍ਰੀਲੀ ਮੈਨੇ ਮਤਲਬ ਬੇਹਿਸਾਬੇ ਨੇ ਆਪਣੇ ਮੁੱਕੇ ਦੇ ਨਾਲ ਸੱਟਾਂ ਮਾਰੀਆਂ, ਕਿੱਥੇ, ਐਟ ਹਰ ਸੈਂਸਿਟਿਵ ਨੋਜ਼, ਸੈਂਸਿਟਿਵ ਹੁੰਦਾ ਨਾਜ਼ੁਕ, ਨੋਜ਼ ਮੈਨੇ ਨੱਕ, ਰਿਛ ਦੇ ਜਿਹੜਾ ਨੱਕ ਦਾ ਜਿਹੜਾ ਹਿੱਸਾ ਹੁੰਦਾ ਹੈ ਉਹ ਬੜਾ ਸੈਂਸਿਟਿਵ ਹੁੰਦਾ, ਅਰਥਾਤ ਹਲਕਾ ਜਿਹਾ ਵੀ ਕੁਛ ਲੱਗੇ ਉੱਥੇ ਉਹ ਬੜਾ ਅਸਰ ਪਾਉਂਦਾ, ਉਹਨਾਂ ਦਰਦ ਹੁੰਦੀ ਹੈ। ਤੇ ਮੈਲਕਮ ਨੇ ਬੇਹਿਸਾਬੇ ਨੇ, ਫ੍ਰੀਲੀ ਮੈਨੇ ਮਤਲਬ ਕਿ ਇੱਧਰੋਂ ਆਇਆ, ਜਿੱਦਾਂ ਇਹ ਦੇਖਣਾ ਉਹ ਦੇਖ, ਇੱਧਰ ਦੇਖਣਾ ਉੱਧਰ ਦੇਖ, ਤੇ ਉਹਨੇ ਆਪਣੀ ਮੁੱਕੀ ਦੇ ਨਾਲ ਉਹਦੇ ਨੱਕ ਤੇ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬਟ ਹਿਜ਼ ਜੈਬਸ ਹੈਡ ਨੋ ਇਫੈਕਟ, ਪਰ ਉਹਦੀ ਜਿਹੜੀਆਂ ਸੱਟਾਂ ਸੀ ਉਹਦਾ ਕੋਈ ਅਸਰ ਨਾ ਹੋਇਆ, ਮਤਲਬ ਉਹ ਰਿਛ ਤੇ ਕੋਈ ਫਰਕ ਨਹੀਂ ਪਿਆ। ਮੈਲਕਮ ਕਲੋਜ਼ਡ ਹਿਜ਼ ਆਈਜ਼, ਹੁਣ ਸਾਰਾ ਕੁਝ ਤੈਨੂੰ ਟਰਾਈ ਕਰ ਲਿਆ, ਥੱਲੇ ਪਿਆ ਹੋਇਆ, ਉਹਨੇ ਨੱਕ ਤੇ ਮੁੱਕੇ ਮਾਰ ਕੇ ਥੱਲੇ, ਮੈਲਕਮ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਇਟਸ ਆਲ ਓਵਰ, ਕਹਿੰਦੇ ਕਹਾਣੀ ਖਤਮ, ਤੇ ਮੈਂ ਹੁਣ ਗਿਆ ਖਤਮ। ਹੀ ਥਾਟ, ਉਹਨੇ ਸੋਚਿਆ, ਐਂਡ ਸਟਾਪਡ ਸਟਰਗਲਿੰਗ, ਤੇ ਉਹਨੇ ਸੰਘਰਸ਼ ਕਰਨਾ, ਅਰਥਾਤ ਆਪਣਾ ਬਚਾਅ ਕਰਨਾ, ਜਦੋਜਹਿਦ ਕਰਨੀ ਉਹਨੇ ਬੰਦ ਕਰ ਦਿੱਤੀ। ਤੇ ਇਨਕ੍ਰੈਡੀਬਲ ਹੁੰਦਾ ਬੱਚਿਓ ਉਹ ਚੀਜ਼ ਜਿਹੜੀ ਮੰਨਣਯੋਗ ਨਾ ਹੋਵੇ, ਅਨਬਿਲੀਵੇਬਲੀ, ਅਰਥਾਤ ਜਿਸ ਗੱਲ ਤੇ ਵਿਸ਼ਵਾਸ ਨਾ ਹੋਵੇ। ਵੀ ਅਚਾਨਕ ਕੀ ਹੋਇਆ, ਵੀ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਆਲਮੋਸਟ ਐਜ਼ ਸੂਨ ਐਜ਼ ਹੀ ਸਟਾਪਡ ਮੂਵਿੰਗ ਦੀ ਗ੍ਰਿਜ਼ਲੀ ਲੈਟ ਗੋ ਮੈਨੇ ਛੱਡ ਦਿੱਤਾ, ਜਾਣ ਦਿੱਤਾ। ਵੀ ਜਿੱਦਾਂ ਹੀ ਉਹਨੇ ਸਟਰਗਲ ਕਰਨਾ ਬੰਦ ਕੀਤਾ, ਇਨਕ੍ਰੈਡੀਬਲੀ ਆਲਮੋਸਟ ਐਜ਼ ਸੂਨ ਐਜ਼ ਹੀ ਸਟਾਪਡ ਮੂਵਿੰਗ, ਅਰਥਾਤ ਜਿੱਦਾਂ ਹੀ ਮੈਲਕਮ ਨੇ ਹਿਲਣਾ ਜੁਲਣਾ ਬੰਦ ਕੀਤਾ, ਤੇ ਨਾ ਮੰਨਣਯੋਗ ਤਰੀਕੇ ਦੇ ਨਾਲ ਕੀ ਹੋਇਆ ਕਿ ਤਕਰੀਬਨ ਉਸੇ ਵੇਲੇ ਹੀ ਗ੍ਰਿਜ਼ਲੀ ਲੈਟ ਗੋ, ਜਿਹੜੀ ਰਿਛ ਸੀ, ਗ੍ਰਿਜ਼ਲੀ ਸੀ, ਉਹਨੇ ਉਹਨੂੰ ਛੱਡ ਦਿੱਤਾ, ਉਹਨੇ ਵੀ ਉੱਤੇ ਹਮਲਾ ਕਰਨਾ ਬੰਦ ਕਰ ਦਿੱਤਾ। ਸ਼ੀ ਸਵੈਟਡ ਹਿਮ ਵੰਸ ਮੋਰ, ਇੱਕ ਵਾਰ ਹੋਰ ਉਹਨੇ ਉੱਤੇ ਥੱਪੜ ਮਾਰਿਆ, ਸਵੈਟਡ ਹਿਮ ਵੰਸ ਮੋਰ, ਇੱਕ ਵਾਰ ਹੋਰ ਉੱਤੇ ਉਹਨੇ ਆਪਣਾ ਝਪੱਟਾ ਮਾਰਿਆ। ਦੈਨ ਸਕ੍ਰੈਪਡ ਡਰਟ ਐਂਡ ਟਵਿਗਸ ਓਵਰ ਹਿਮ, ਤੇ ਫਿਰ ਉਹ ਜਿਹੜੀਆਂ ਆਲੇ ਦੁਆਲੇ ਛੋਟੀਆਂ ਜਿਹੀਆਂ ਟਾਹਣੀਆਂ ਜਾਂ ਮਿੱਟੀ ਘੱਟਾ ਹੁੰਦਾ ਉਹਨੂੰ ਚੱਕ ਕੇ ਉਹਦੇ ਉੱਤੇ ਪਾਤਾ। ਸਕ੍ਰੈਪ ਹੁੰਦਾ ਬੜੀ ਕਬਾੜ, ਠੀਕ ਹੈ, ਜਿਹੜਾ ਕਬਾੜ ਹੁੰਦਾ ਵੀ ਜੋ ਆਲੇ ਦੁਆਲੇ ਗੰਦ ਪਿਆ ਸੀਗਾ, ਮਿੱਟੀ ਸੀ, ਨਿੱਕੀਆਂ ਨਿੱਕੀਆਂ ਟਾਹਣੀਆਂ ਸੀ, ਉਹਦੇ ਉੱਤੇ ਸੁੱਟੀਆਂ। ਐਂਡ ਲੰਬਰਡ ਅਵੇ ਹੁੰਦਾ ਹੈ ਮਤਲਬ ਕਿ ਔਖੇ ਹੋ ਕੇ ਤੁਰਨਾ, ਭੌਂਡੇ ਤਰੀਕੇ ਨਾਲ, ਭੈੜੇ ਤਰੀਕੇ ਨਾਲ ਤੁਰਨਾ, ਤੇ ਜਿੱਦਾਂ ਬਹੁਤ ਭਾਰਾ ਸੀਗਾ ਤੇ ਹੌਲੀ ਹੌਲੀ ਜਿੱਦਾਂ ਮਤਲਬ ਕਿ ਉਹ ਜਿਹੜੀ ਗ੍ਰਿਜ਼ਲੀ ਸੀ ਲੰਬਰਡ ਅਵੇ ਮੈਨੇ ਤੁਰ ਕੇ ਪਰੇ ਚਲੀ ਗਈ, ਠੀਕ ਹੈ। ਐਟ ਫਸਟ ਮੈਲਕਮ ਵਾਜ਼ਨਟ ਸ਼ੋਰ ਹੀ ਵਾਜ਼ ਈਵਨ ਅਲਾਈਵ, ਪਹਿਲਾਂ ਪਹਿਲ ਤੇ ਮੈਲਕਮ ਨੂੰ ਇਸ ਗੱਲ ਦਾ ਵੀ ਯਕੀਨ ਨਹੀਂ ਸੀ, ਹੀ ਵਾਜ਼ਨਟ ਸ਼ੋਰ, ਇਸ ਗੱਲ ਦਾ ਵੀ ਪੱਕਾ ਨਹੀਂ ਸੀ, ਹੀ ਵਾਜ਼ ਈਵਨ ਅਲਾਈਵ, ਕਿ ਉਹ ਜਿੰਦਾ ਵੀ ਹੈ। ਹੀ ਵਾਜ਼ ਲਾਈਂਗ ਹਾਫ ਇਨ ਐਂਡ ਹਾਫ ਆਊਟ ਆਫ ਦ ਕ੍ਰੀਕ, ਉਹ ਜਿਹੜਾ ਵਹਿਣ ਹੈਗਾ, ਜਿਹੜਾ ਨਾਲਾ ਸੀ, ਉਹ ਅੱਧਾ ਉਹਦੇ ਵਿੱਚ ਲੰਮਾ ਪਿਆ ਸੀ ਤੇ ਅੱਧਾ ਨਾਲੇ ਤੋਂ ਬਾਹਰ ਸੀ, ਅੱਧਾ ਚੋਅ ਵਿੱਚ ਸੀ ਤੇ ਅੱਧਾ ਚੋਅ ਤੋਂ ਬਾਹਰ ਸੀ। ਹੀ ਫੈਲਟ ਨੋ ਪੇਨ, ਉਹਨੂੰ ਕੋਈ ਦਰਦ ਮਹਿਸੂਸ ਨਾ ਹੋਈ।
क्योंकि ਜਦੋਂ ਬੱਚੇ ਇੱਕੋਦਮ ਸੱਟ ਲੱਗਦੀ ਹੈ ਨਾ ਸਰੀਰ ਸੁੰਨ ਹੋ ਜਾਂਦਾ। ਕੁਦਰਤ ਵੱਲੋਂ ਰੱਬ ਵੱਲੋਂ ਇੱਕ ਦਾ ਸਿਸਟਮ ਬਣਾਇਆ, ਜਦੋਂ ਬਹੁਤ ਵੱਡਾ ਫੱਟ ਲੱਗਦਾ ਹੈ ਤੇ ਉਸਲੇ ਸਾਨੂੰ ਦਰਦ ਇੱਕੋਦਮ ਨਹੀਂ ਹੁੰਦੀ। ਜਦੋਂ ਸਰੀਰ ਥੋੜਾ ਠੰਡਾ ਜਿਹਾ ਪੈ ਜਾਂਦਾ ਥੋੜੀ ਦੇਰ ਬਾਅਦ ਦਰਦ ਦਾ ਅਸਰ ਹੁੰਦਾ ਹੈ। ਐਕਸੈਪਟ ਅ ਥ੍ਰੋਬਿੰਗ ਇਨ ਹਿਜ਼ ਰਿਸਟ, ਸਿਰਫ ਜਿਹੜੀ ਟੀਸ ਪੈ ਰਹੀ ਸੀ, ਚਟਾਕੇ ਪੈ ਰਹੇ ਸੀ ਉਹਦੀ ਗੁੱਟ ਵਿੱਚ, ਕਿਉਂਕਿ ਗੁੱਟ ਟੁੱਟੇ ਥੋੜੀ ਦੇਰ ਹੋ ਚੁੱਕੀ ਸੀਗੀ। ਗੁੱਟ ਪਹਿਲਾਂ ਟੁੱਟਾ ਸੀਗਾ ਤੇ ਹੁਣ ਇਹ ਜਿਹੜੀ ਖੋਪੜੀ ਗਈ, ਮੂੰਹ ਗਿਆ, ਚੀਰੇ ਸੀ, ਇਹਦੀ ਕੋਈ ਦਰਦ ਨਹੀਂ ਸੀ। ਹੀ ਫੈਲਟ ਨੋ ਪੇਨ, ਉਹਨੂੰ ਕੋਈ ਦਰਦ ਨਹੀਂ ਹੋਈ ਬਜਾਏ ਸਿਵਾਏ ਇਸਦੇ ਜਿਹੜੀ ਉਹਦੇ ਗੁੱਟ ਵਿੱਚ ਚਟਾਕੇ ਪੈ ਰਹੇ ਸੀ। ਥ੍ਰੋਬਿੰਗ, ਥ੍ਰੋਬ ਹੁੰਦਾ ਹੈ ਟੀਸ ਪੈਣੀ, ਚਟਾਕੇ ਪੈਣੇ, ਉਹਦੀ ਗੁੱਟ ਵਿੱਚ ਚਟਾਕੇ ਪੈਣ ਤੋਂ ਇਲਾਵਾ ਉਹਨੂੰ ਕੋਈ ਦਰਦ ਮਹਿਸੂਸ ਨਹੀਂ। ਸਲੋਲੀ ਹੀ ਰਿਗਲਡ, ਰਿਗਲ ਹੁੰਦਾ ਹੈ ਪਲਸੇਟਾ ਖਾਣਾ, ਪਾਸਾ ਮਾਰਨਾ ਜਾਂ ਸੱਪ ਵਾਂਗੂ ਇੱਦਾਂ ਟੇਢੇ ਵੇਢੇ ਵਲਵਲੇਵੇਂ ਖਾਣੇ। ਮਤਲਬ ਸੱਪ ਵਾਂਗੂ ਘਿਸਟ ਕੇ ਰਿਗਲ ਕੇ, ਮਤਲਬ ਕਿ ਇੱਧਰ ਪਾਸਾ ਮਾਰ ਉੱਧਰ ਪਾਸਾ ਮਾਰ, ਆਊਟ ਆਫ ਦੀ ਕ੍ਰੀਕ, ਮਤਲਬ ਕ੍ਰੀਕ ਦੇ ਵਿੱਚੋਂ ਉਹ ਚੋਅ ਵਿੱਚੋਂ ਇੱਦਾਂ ਘਿਸਟ ਕੇ ਵਲ ਖਾਂਦਾ ਬਾਹਰ ਆਇਆ। ਐਂਡ ਕਾਲਡ ਵੀਕਲੀ, ਵੀਕਲੀ ਮੈਨੇ ਬੜੇ ਕਮਜ਼ੋਰ ਆਵਾਜ਼ ਦੇ ਵਿੱਚ, ਕਿਉਂਕਿ ਸਾਥ ਸਾਥ ਤੇ ਸੀਗਾ ਨਹੀਂ। ਕਾਲਡ, ਬੁਲਾਇਆ, ਕੀ ਕਿਹਾ, ਬਾਰ ਆਰ ਯੂ ਓਕੇ, ਕਿ ਬਾਰ ਕੀ ਤੂੰ ਸਹੀ ਹੈ, ਉਹਨੇ ਆਵਾਜ਼ ਮਾਰੀ। ਸੋ ਬਾਰ ਤੱਕ ਆਵਾਜ਼ ਪਹੁੰਚੀ ਹੋਣੀ ਹੈ, ਬਟ ਬਾਰਬ ਅਫਰੇਡ ਦੀ ਗ੍ਰਿਜ਼ਲੀ ਵਾਜ਼ ਸਟਿਲ ਅਰਾਊਂਡ ਡਿਡਨਟ ਆਂਸਰ, ਬਾਰਬ ਨੇ ਜਵਾਬ ਨਾ ਦਿੱਤਾ ਇਹ ਸੋਚ ਕੇ ਕਿ ਡਰੀ ਹੋਈ ਸੀ ਕਿ ਸ਼ਾਇਦ ਗ੍ਰਿਜ਼ਲੀ ਹਾਲੇ ਵੀ ਲਾਗੇ ਛਾਗੇ ਹੈ। ਸਟਿਲ ਅਰਾਊਂਡ ਮੈਨੇ ਹਾਲੇ ਵੀ, ਅਰਾਊਂਡ ਮੈਨੇ ਲਾਗੇ ਛਾਗੇ ਹੀ ਹੈ, ਤੇ ਮੈਂ ਕਿਤੇ ਬੋਲੀ ਤੇ ਗ੍ਰਿਜ਼ਲੀ ਫਿਰ ਕਿਤੇ ਅਟੈਕ ਨਾ ਕਰਦੇ। ਤੇ ਡਰੀ ਹੋਈ ਬਾਰਬ ਨੇ ਇਹ ਸੋਚ ਕੇ ਕਿ ਗ੍ਰਿਜ਼ਲੀ ਹਾਲੇ ਵੀ ਲਾਗੇ ਛਾਗੇ ਵੇ ਜਵਾਬ ਨਾ ਦਿੱਤਾ। ਸ਼ੀ ਕ੍ਰੋਲਡ ਟੂ ਦੀ ਐਜ ਆਫ ਦਾ ਗਲੀ, ਪਰ ਉਹ ਫਿਰ ਕੀ ਕੀਤੀ, ਰਿੜ ਕੇ, ਜਿੱਦਾਂ ਨਿਆਣਾ ਰਿੜਦਾ ਹੈ ਉਹ ਕਰੋਲ ਕਰਕੇ, ਮਤਲਬ ਚਾਰ ਆਪਣੇ ਦੋ ਹੱਥਾਂ ਤੇ ਦੋ ਪੈਰਾਂ ਤੇ ਰਿੜ ਕੇ ਉਹ ਗੱਲੀ ਜਿਹੜਾ ਸੀ, ਖੱਡ ਸੀ, ਉਹਦੇ ਸਿਰੇ ਤੱਕ ਗਈ। ਐਂਡ ਸੌ ਅ ਬਲੱਡੀ ਕਲੰਪ ਆਫ ਹੇਅਰ, ਤੇ ਉਹਨੇ ਦੇਖਿਆ ਇੱਕ ਵਾਲਾਂ ਦਾ ਗੁੱਛਾ ਖੂਨ ਨਾਲ ਲਿਬੜਿਆ ਹੋਇਆ। ਬਲੱਡੀ ਮੈਨੇ ਖੂਨ ਨਾਲ ਲਿਬੜਿਆ। ਉਹ ਵਾਲਾਂ ਦਾ ਗੁੱਛਾ ਕਿਹਦਾ ਸੀਗਾ, ਉਹ ਜਿਹੜਾ ਉਹਦੇ ਸਿਰ ਤੋਂ ਉਖੜ ਕੇ ਥੱਲੇ ਡਿੱਗ ਚੁੱਕਾ ਸੀ, ਖੋਪੜੀ ਨਾਲ ਸੀ, ਜਿਹੜਾ ਰਿਛ ਨੇ ਲਾਤਾ ਸੀਗਾ। ਦੈਨ ਸ਼ੀ ਸੌ ਮੈਲਕਮ, ਫਿਰ ਉਹਨੇ ਮੈਲਕਮ ਨੂੰ ਦੇਖਿਆ, ਹਾਫ ਬਰਿਡ, ਅੱਧਾ ਦੱਬਿਆ ਹੋਇਆ, ਉੱਥੇ ਮਤਲਬ ਕਿ ਉਹਦੇ ਵਿੱਚ ਬਰਫ਼ ਦੇ ਵਿੱਚ ਦੱਬਿਆ ਹੋਣਾ ਆਪਣੇ ਭਾਰ ਹੇਠ, ਅੱਧਾ ਅੰਦਰ ਦੱਬਿਆ ਹੈ ਤੇ ਅੱਧਾ ਬਾਹਰ। ਹਿਜ਼ ਫੇਸ ਹੈਡ ਬੀਨ ਸਪਲਿਟ ਵਿਦ ਅ ਵਿਕਡ ਸਲੈਸ਼, ਸਲੈਸ਼ ਮੈਨੇ ਚੀਰਾ, ਸਪਲਿਟ ਮੈਨੇ ਦੋ ਹਿੱਸਿਆਂ 'ਚ ਵੰਡਾ। ਉਹਦਾ ਜਿਹੜਾ ਚਿਹਰਾ ਸੀ ਉਹ ਬੜੇ ਹੀ ਖਤਰਨਾਕ ਚੀਰੇ ਦੇ ਨਾਲ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੀ, ਅਰਥਾਤ ਉਹਦੇ ਚਿਹਰੇ ਦੇ ਦੋ ਹਿੱਸੇ ਹੋਏ ਹੋਏ ਸੀ। ਐਂਡ ਦੀ ਰਾਈਟ ਸਾਈਡ ਆਫ ਇਟ ਵਾਸ ਪੀਲਡ ਬੈਕ, ਤੇ ਉਹਦੇ ਜਿਹੜਾ ਚਿਹਰੇ ਦਾ ਸੱਜਾ ਹਿੱਸਾ ਸੀ ਉਹ ਜਿਵੇਂ ਛਿੱਲਿਆ ਹੋਇਆ ਹੈ, ਮਤਲਬ ਉਹਦੀ ਜਿਹੜੀ ਛਿੱਲੜ ਸੀ ਪਿੱਛੇ ਨੂੰ ਹੋਈ ਸੀ, ਛਿੱਲ ਕੇ, ਜਿੱਦਾਂ ਉੱਪਰਲੀ ਚਮੜੀ ਛਿੱਲ ਕੇ, ਜਿੱਦਾਂ ਅਸੀਂ ਕੋਈ ਕੇਲਾ ਛਿੱਲ ਦਿੰਦੇ ਹਾਂ ਤੇ ਕੇਲਾ ਅੰਦਰੋਂ ਨਜ਼ਰ ਆ ਜਾਂਦਾ, ਤੇ ਉਹਦੀ ਜਿਹੜੀ ਸੱਜੇ ਪਾਸੇ ਦੀ ਚਮੜੀ ਜਿਹੜੀ ਪੀਲਡ ਬੈਕ ਵੀ ਛਿੱਲ ਕੇ ਪਿੱਛੇ ਨੂੰ ਹੋਈ ਸੀ, ਟੂ ਰਿਵੀਲ ਮਸਲ ਐਂਡ ਸੈਨਿਊ, ਤੇ ਉਹਦੇ ਅੰਦਰ ਜਿਹੜੀਆਂ ਨਾੜੀਆਂ, ਸੈਨਿਊ ਹੁੰਦੇ ਨਾੜੀਆਂ ਜਾਂ ਹੱਡੀਆਂ ਨੂੰ ਜੋੜਨ, ਹੱਡੀਆਂ ਦੇ ਮਾਸਪੇਸ਼ੀਆਂ ਨੂੰ ਜੋੜਨ ਵਾਲੇ ਜਿਹੜੇ ਤੰਤੂ ਹੁੰਦੇ ਨੇ, ਜਿਹੜੀਆਂ ਇੱਕ ਮਤਲਬ ਕਿ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਲਿਗਾਮੈਂਟਸ ਹੁੰਦੀਆਂ, ਉਹਨੂੰ ਸੈਨਿਊ ਕਹਿ ਦਿੰਦੇ ਹਾਂ। ਮਸਲਸ ਹੁੰਦੇ ਮਾਸਪੇਸ਼ੀਆਂ, ਅਰਥਾਤ ਚਮੜੀ ਦੇ ਅੰਦਰਲੀਆਂ ਮਾਸਪੇਸ਼ੀਆਂ ਤੇ ਤੰਦ ਜਿਹੜੇ ਸੀਗੇ ਉਹ ਨਜ਼ਰ ਆ ਰਹੇ ਸੀਗੇ। ਐਂਡ ਨੀਅਰਲੀ ਸੈਵਰਡ ਆਈ, ਸੈਵਰਡ ਮੈਨੇ ਹੁੰਦਾ ਹੈ ਕਟ ਆਫ, ਅਰਥਾਤ ਜਿਹੜੀ ਚੀਜ਼ ਵੱਢ ਕੇ ਜੁਦਾ ਕਰ ਦਿੱਤੀ ਹੋਵੇ, ਤੇ ਤਕਰੀਬਨ ਉਹਦੀ ਇੱਕ ਅੱਖ ਜਿਹੜੀ ਸੀ ਉਹ ਬਾਹਰ ਆਈ ਹੋਈ ਸੀ, ਅਰਥਾਤ ਲਮਕਦੀ ਪਈ ਸੀ, ਉਹ ਜਿੱਦਾਂ ਅੱਖ ਵੀ ਜਿੱਦਾਂ ਤੋੜ ਕੇ ਅਲੱਗ ਕਰ ਦਿੱਤੀ ਗਈ ਹੋਵੇ, ਕੱਟ ਕੇ ਅਲੱਗ ਕਰ ਦਿੱਤੀ ਹੋਵੇ। ਸ਼ੀ ਸ਼ਾਊਟਡ, ਉਹ ਚੀਕੀ, ਮੈਲਕਮ ਹੋਲਡ ਔਨ, ਵੀ ਇੱਦਾਂ ਹੀ ਰਹਿ, ਹੋਲਡ ਔਨ, ਵੀ ਹੌਸਲਾ ਰੱਖ, ਘਬਰਾ ਨਾ, ਆਈ ਐਮ ਗੋਇੰਗ ਫॉर ਹੈਲਪ, ਮੈਂ ਮਦਦ ਲੈਣ ਜਾ ਰਹੀ ਹਾਂ। ਟੌਸਿੰਗ ਹਰ ਕੋਟ ਐਟ ਹਿਮ, ਟੌਸਿੰਗ ਮਤਲਬ ਵਗਾ ਕੇ ਸੁੱਟਣਾ, ਆਪਣਾ ਕੋਟ ਉਹਦੇ ਵੱਲ ਸਿੱਟਦੀ ਹੋਈ। ਸ਼ੀ ਸਟਾਰਟਡ ਰਨਿੰਗ ਟੂਵਰਡਸ ਦੀ ਲੌਜ, ਲੌਜ ਜਿਹੜਾ ਉਹਨਾਂ ਦਾ ਰਿਹਾਇਸ਼ ਸੀਗਾ, ਉਹ ਜਿਹੜਾ ਕਮਰਾ ਸੀ ਜਿੱਥੇ ਉਹ ਠਹਿਰੇ ਹੋਏ ਸੀਗੇ, ਉਹ ਦੌੜਦੀ ਹੋਈ ਆਪਣੇ ਉਹਦੇ ਵੱਲ, ਲੌਜ ਵੱਲ ਗਈ, ਤਾਂ ਕਿ ਲੋਕਾਂ ਨੂੰ ਦੱਸੇ ਵੀ ਇੱਦਾਂ ਹਾਦਸਾ ਹੋ ਗਿਆ, ਵੀ ਆਓ ਕੁਝ ਕਰੀਏ। ਸੋ ਮੈਲਕਮ ਲੇ ਸਟਿਲ ਫॉर ਅ ਵਾਈਲ ਟਰਾਈਂਗ ਟੂ ਟੇਕ ਸਟਾਕ ਆਫ ਹਿਜ਼ ਇੰਜਰੀਜ਼, ਹੁਣ ਦੇਖੋ ਟੂ ਟੇਕ ਸਟਾਕ ਆਫ, ਇਹ ਮੁਹਾਵਰਾ ਹੈ, ਟੂ ਟੇਕ ਸਟਾਕ ਆਫ ਹੁੰਦਾ ਹੈ ਅੰਦਾਜ਼ਾ ਲਗਾਉਣਾ, ਜਾਇਜ਼ਾ ਲੈਣਾ। ਸੋ ਟਰਾਈਂਗ ਟੂ ਟੇਕ ਸਟਾਕ ਆਫ ਹਿਜ਼ ਇੰਜਰੀਜ਼, ਇੰਜਰੀ ਹੁੰਦੀ ਹੈ ਫੱਟ, ਉਹਨੂੰ ਜਿਹੜੇ ਫੱਟ ਲੱਗੇ ਸੀ, ਉਹਨੂੰ ਜਿਹੜੇ ਜ਼ਖਮ ਹੋਏ ਸੀ, ਉਹਦਾ ਅੰਦਾਜ਼ਾ, ਉਹਦਾ ਜਾਇਜ਼ਾ ਲੈਣ ਦਾ ਯਤਨ ਕਰਦੇ ਹੋਏ ਮੈਲਕਮ ਲੇ ਸਟਿਲ ਫॉर ਅ ਵਾਈਲ, ਮੈਲਕਮ ਥੋੜੀ ਦੇਰ ਲਈ ਬਿਲਕੁਲ ਬਿਨਾਂ ਹਿੱਲੇ ਜੁਲੇ ਲੰਮਾ ਪਿਆ ਰਿਹਾ। ਹਿਜ਼ ਰਿਸਟ ਵੁਡਨਟ ਮੂਵ, ਉਹਦਾ ਗੁੱਟ ਜਿਹੜਾ ਸੀ ਉਹ ਬਿਲਕੁਲ ਵੀ ਨਹੀਂ ਹਿਲਦਾ ਸੀ। ਐਂਡ ਮਸਟ ਬੀ ਬ੍ਰੋਕਨ, ਤੇ ਪੱਕੀ ਗੱਲ ਹੈ ਕਿ ਉਹ ਜ਼ਰੂਰ ਟੁੱਟ ਗਿਆ ਹੋਣਾ ਹੈ।
वन नी कैप हैड बीन टॉर्न ऑफ, ਉਹਦੇ ਗੋਡੇ ਦੀ ਇੱਕ ਚੱਪਣੀ ਜਿਹੜੀ ਨੀ ਕੈਪ ਹੁੰਦੀ ਬੱਚੇ ਸਾਡੇ ਗੋਡੇ ਦੇ ਉੱਤੇ ਨਾ ਟੋਪੀ ਜੀ ਹੁੰਦੀ ਹੈ, ਹੱਡੀ ਹੁੰਦੀ ਹੈ ਫਲੈਟ ਜੀ, ਕਹਿੰਦੇ ਉਹ ਵੀ ਜਿਹੜੀ ਹੈ ਇੱਕ ਨੀ ਕੈਪ ਅਰਥਾਤ ਇੱਕ ਗੋਡੇ ਦੀ ਜਿਹੜੀ ਟੋਪੀ ਸੀ ਉਹਦੀ ਜਿਹੜੀ ਚੱਪਣੀ ਸੀ ਉਹ ਵੀ ਜਿੱਦਾਂ ਮਤਲਬ ਕਿ ਫਟ ਕੇ ਤੋਂ ਉਹਨੇ ਮਤਲਬ ਕਿ ਚੀਰ ਕੇ ਜੁਦਾ ਕਰ ਦਿੱਤੀ ਉਹ ਸੀ। ਐਂਡ ਹੀ ਕੁਡਨਟ ਫੀਲ ਐਨੀ ਫਰੰਟ ਟੀਥ ਵਿਦ ਹਿਸ ਟੰਗ, ਤੇ ਉਹਨੇ ਆਪਣੀ ਜੀਭ ਜਿਹੜੇ ਲਾ ਕੇ ਦੇਖੀ ਤੇ ਉਹਨੂੰ ਮੋਰਲੇ ਦੰਦ ਵੀ ਨਜ਼ਰ ਨਹੀਂ ਆਇਆ, ਅਰਥਾਤ ਉਹਨੇ ਜੀਭ ਦੇ ਨਾਲ ਦੇਖਿਆ ਕਿ ਉਹਦੇ ਮੋਹਰੇ ਜਿਹੜੇ ਮੋਹਰਲੇ ਦੰਦ ਨੇ 3-4 ਉਹ ਵੀ ਨਹੀਂ ਸੀਗੇ। ਹੀ ਕੁਡ ਪਾਰਸ਼ਲੀ ਸੀ ਆਊਟ ਆਫ ਵਨ ਆਈ, ਉਹ ਆਪਣੀ ਅੱਖ ਰਾਹੀਂ ਅੰਸ਼ਕ ਰੂਪ 'ਚ ਹੀ ਦੇਖ ਸਕਦਾ ਸੀ, ਅਰਥਾਤ ਪੂਰੀ ਅੱਖ ਵੀ ਇਹਦਾ ਸੁੱਜ ਗਈ ਸੀ ਜਾਂ ਬੰਦ ਸੀ, ਪੂਰੀ ਦੀਦੀ ਨਹੀਂ ਸੀ, ਪਾਰਸ਼ਲੀ ਮਤਲਬ ਅੰਸ਼ਕ ਰੂਪ ਵਿੱਚ, ਪੂਰਨ ਤੌਰ ਤੇ ਨਹੀਂ ਦੇਖ ਸਕਦਾ ਸੀਗਾ, ਉਹ ਮਤਲਬ ਕਿ ਉਹਦੇ ਹਿੱਸੇ 'ਚ ਹੀ ਦੇਖ ਸਕਦਾ ਸੀਗਾ। ਬਟ ਵਾਜ਼ ਅਫਰੇਡ ਟੂ ਟਰਨ ਹਿਜ਼ ਹੈਡ, ਪਰ ਉਹ ਇਸ ਗੱਲ ਤੋਂ ਸਹਿਮਿਆ ਹੋਇਆ ਸੀ ਆਪਣੇ ਸਿਰ ਨੂੰ ਮੋੜਨ ਤੋਂ, ਅਰਥਾਤ ਆਪਣਾ ਸਿਰ ਨਹੀਂ ਮੋੜਨਾ ਚਾਹੁੰਦਾ ਸੀ। ਜਦੋਂ ਬੰਦਾ ਕੋਈ ਚੀਜ਼ ਮਾੜੀ ਹੋਵੇ ਤੇ ਉਹਨੂੰ ਦੇਖਣ ਨੂੰ ਜੀ ਨਹੀਂ ਕਰਦਾ। ਸੋ ਵਾਜ਼ ਅਫਰੇਡ ਟੂ ਟਰਨ ਹਿਜ਼ ਹੈਡ, ਉਹ ਆਪਣਾ ਸਿਰ ਮੋੜਨ ਤੋਂ ਘਬਰਾ ਰਿਹਾ ਸੀ। ਬਿਕੋਜ਼ ਹੀ ਸੌ ਲੂਜ਼ ਫੇਸ਼ੀਅਲ ਸਕਿਨ, ਕਿਉਂਕਿ ਉਹਨੇ ਦੇਖਿਆ ਢਿੱਲੀ ਹੋਈ ਉਹਦੇ ਜਿਹੜੇ ਚਿਹਰੇ ਦੀ ਚਮੜੀ ਸੀ ਹੈਂਗਿੰਗ ਡਾਊਨ, ਢਿੱਲੀ ਹੋਈ ਛਿੱਲੀ ਹੋਈ, ਉਹਨੇ ਦੇਖਿਆ ਮਹਿਸੂਸ ਕੀਤਾ ਕਿ ਉਹ ਜਿਹੜੀ ਚਮੜੀ ਹੈਗੀ ਏ ਉਹਦੇ ਚਿਹਰੇ ਦੀ ਉਹ ਢਿੱਲੀ ਹੋ ਕੇ ਜੁਦਾ ਹੋ ਕੇ ਥੱਲੇ ਲਮਕਦੀ ਪਈ ਹੈ, ਤੇ ਇਸ ਕਰਕੇ ਉਹ ਮਤਲਬ ਕਿ ਉਹਨੂੰ ਦੇਖਣ ਨੂੰ ਉਹਦਾ ਜੀ ਨਹੀਂ ਕਰ ਰਿਹਾ ਸੀ ਤੇ ਇਸ ਕਰਕੇ ਸਿਰ ਨਹੀਂ ਮੋੜ ਰਿਹਾ ਸੀ। ਹੀ ਫੈਲਟ ਨੋ ਰਿਵਲਸ਼ਨ, ਉਹਨੂੰ ਕੋਈ ਵੀ ਘਿਰਨਾ ਮਹਿਸੂਸ ਨਹੀਂ ਹੋਈ। ਜਸਟ ਐਨ ਏਕਿੰਗ ਹੋਪ, ਏਕਿੰਗ ਮੈਨੇ ਦਰਦ ਭਰੀ, ਹੋਪ ਮੈਨੇ ਆਸ, ਪਰ ਇੱਕ ਸਿਰਫ ਦਰਦ ਭਰੀ ਆਸ ਮਹਿਸੂਸ ਹੋਈ ਦੈਟ ਇਟ ਹੈਡ ਹੈਪਨਡ, ਕਿ ਇਹ ਸਭ ਸੱਚ ਨਹੀਂ ਸੀ, ਵੀ ਇਹ ਇੱਕਦਮ ਨਹੀਂ, ਉਹਨੂੰ ਲੱਗਿਆ ਕਿ ਇਹ ਇੱਕ ਸੋਚ ਰਿਹਾ ਸੀਗਾ ਵੀ ਇਹ ਸਭ ਨਹੀਂ ਹੋਇਆ, ਇਹ ਮਤਲਬ ਕਿ ਇੱਕ ਸੁਪਨਾ ਹੈ। ਦੈਟ ਇਟ ਵਾਜ਼ ਆਲ ਅ ਨਾਈਟਮੇਅਰ, ਨਾਈਟਮੇਅਰ ਹੁੰਦਾ ਬੱਚਿਓ ਇੱਕ ਤਾਂ ਡਰੀਮ, ਡਰੀਮ ਦਾ ਮਤਲਬ ਹੁੰਦਾ ਸੁਪਨਾ, ਤੇ ਜਿਹੜਾ ਸੁਪਨਾ ਡਰਾਉਣਾ ਹੋਵੇ ਬੜਾ ਭਿਆਨਕ ਹੋਵੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਨਾਈਟਮੇਅਰ। ਤੇ ਉਹ ਸਿਰਫ ਇੱਕ ਦਰਦ ਭਰੀ ਆਸ ਮਹਿਸੂਸ ਹੋਈ ਕਿ ਇਹ ਜੋ ਕੁਝ ਹੋਇਆ, ਜਿਹੜਾ ਭਾਣਾ ਵਾਪਰਿਆ, ਇਹ ਸਿਰਫ ਇੱਕ ਡਰਾਉਣਾ ਸੁਪਨਾ ਸੀ, ਪਰ ਇਹ ਅਸਲ ਵਿੱਚ ਨਹੀਂ ਹੋਇਆ ਸੀ। ਦੈਟ ਇਟ ਹੈਡ ਨਾਟ ਹੈਪਨ, ਅਰਥਾਤ ਅਸਲੀਅਤ ਨਹੀਂ ਹੈ, ਇਹ ਇੱਕ ਸੁਪਨਾ ਹੈ। ਉਹ ਇੱਕ ਇਹ ਆਸ ਵਿੱਚ ਉਹ ਮਤਲਬ ਕਿ ਉਹਨੂੰ ਮਹਿਸੂਸ ਹੋ ਰਹੀ ਸੀ ਵੀ ਕਾਸ਼ ਇਹ ਇੱਕ ਸੁਪਨਾ ਹੀ ਹੋਵੇ, ਇੱਦਾਂ ਸੱਚਮੁੱਚ ਨਾ ਹੋਇਆ ਹੋਵੇ। ਸਪੋਟਿੰਗ ਇਜ਼ ਹੈਵਰਸੈਕ, ਹੈਵਰਸੈਕ ਹੁੰਦਾ ਬੱਚੋ ਜਿਹਨੂੰ ਅਸੀਂ ਪੰਜਾਬ 'ਚ ਕਿੱਟ ਕਹਿ ਦਿੰਦੇ ਹਾਂ, ਜਿਹੜਾ ਅਸੀਂ ਮੁੰਡਿਆਂ ਤੇ ਲਮਕਾਉਂਦੇ ਨਾ, ਪਿੱਠੂ ਜਿਹਨੂੰ ਕਹਿ ਦਿੰਦੇ ਪਿੱਠੂ, ਤੇ ਜ਼ਿਆਦਾਤਰ ਜਿਹੜੇ ਬੰਦੇ ਇੱਦਾਂ ਸੈਰਾਂ ਤੇ ਜਾਂਦੇ ਨੇ ਤੇ ਪਿੱਠੂ ਹੁੰਦਾ, ਉਹ 'ਚ ਪਾਣੀ ਹੁੰਦਾ ਹੈ, ਕੋਈ ਸਮਾਨ ਹੁੰਦਾ ਉਹਨਾਂ ਦਾ, ਹਨਾ, ਸੋ ਅਸੀਂ ਇਹਨੂੰ ਕਿੱਟ ਕਹਿ ਦਿੰਦੇ ਹਾਂ। ਸਪੋਟਿੰਗ ਇਜ਼ ਹੈਵਰਸੈਕ ਅਪ ਫਾਰਵਰਡ ਟੂਵਰਡਸ ਦੀ ਟ੍ਰੇਲ, ਅਰਥਾਤ ਜਿਹੜੇ ਰਾਹ ਤੋਂ ਆਏ ਸੀ ਉਸ ਰਾਹ ਵਾਲੇ ਪਾਸੇ ਉੱਪਰ ਉਹਨੇ ਆਪਣਾ ਪਿੱਠੂ ਪਿਆ ਦੇਖਿਆ, ਤੇ ਉਹਨੂੰ ਦੇਖਦੇ ਹੋਏ ਹੀ ਡਿਟਰਮਿਨ ਟੂ ਰੀਚ ਇਟ, ਉਹਨੇ ਨਿਸ਼ਚਾ ਕੀਤਾ ਕਿ ਮੈਂ ਉੱਥੇ ਤੱਕ ਪਹੁੰਚਾਂ, ਪਿੱਠੂ ਤੱਕ, ਜਦ ਤੱਕ ਬਾਹਰੋਂ ਹੈਲਪ ਲੈ ਕੇ ਆਉਂਦੀ ਹੈ, ਐਂਡ ਯੂਜ਼ ਇਟ ਐਜ਼ ਅ ਬੈਂਡੇਜ, ਤੇ ਉਹਨੂੰ ਪੱਟੀ ਦੇ ਤੌਰ ਤੇ ਵਰਤਾਂ, ਅਰਥਾਤ ਜਿਹੜਾ ਖੂਨ ਵਗੀ ਜਾ ਰਿਹਾ ਉਹਨੂੰ ਰੋਕਾਂ, ਮੇਰੀ ਪਿੱਠੂ ਨੂੰ ਵਰਤਾਂ। ਟੀਡੀਅਸਲੀ, ਟੀਡੀਅਸ ਹੁੰਦਾ ਬੱਚਿਓ ਜਿਹੜੀ ਚੀਜ਼ ਤੁਹਾਨੂੰ ਮਤਲਬ ਕਿ ਕਰਨ ਵਿੱਚ ਸਵਾਦ ਨਾ ਆਵੇ, ਬੋਰਿੰਗ ਹੋਵੇ, ਅਕੇਵਾਂ ਦੇਣ ਵਾਲੀ ਹੋਵੇ, ਮਨ ਮਾਰ ਕੇ ਕਰਨੀ ਪਵੇ, ਥਕਾ ਦੇਣ ਵਾਲੀ ਹੋਵੇ, ਉਸ ਟਾਈਪ। ਸੋ ਟੀਡੀਅਸਲੀ ਮੈਨੇ ਮਨ ਮਾਰਦੇ ਹੋਏ, ਥੱਕੇ ਹੋਏ, ਮਤਲਬ ਕਿ ਨਾ ਚਾਹੁੰਦੇ ਹੋਏ ਵੀ, ਟੀਡੀਅਸਲੀ ਹੀ ਡਰੈਗਡ ਹਿਮਸੈਲਫ ਅਪ ਬੈਕਵਰਡ, ਬੈਕਵਰਡ ਮਤਲਬ ਪਿਛਲੇ ਪਾਸੇ, ਮਤਲਬ ਪਿੱਛੇ ਨੂੰ, ਪਿੱਠ ਵਾਲੇ ਪਾਸੇ ਨੂੰ ਜਿੱਦਾਂ ਘਸੀਟਿਆ, ਉਹਨੇ ਆਪਣੇ ਆਪ ਨੂੰ ਘਸੀਟਿਆ ਪਿਛਲੇ ਪਾਸੇ ਨੂੰ। ਹਿਜ਼ ਵਨ ਗੁੱਡ ਆਈ ਕੈਪਟ ਸਟਿਕਿੰਗ ਸ਼ਟ, ਉਹਦੀ ਜਿਹੜੀ ਇੱਕ ਅੱਖ ਠੀਕ ਸੀ, ਗੁੱਡ ਆਈ ਮੈਨੇ ਜਿਹੜੀ ਵਧੀਆ ਸੀ, ਜਿਹੜੀ ਫੱਟੜ ਨਹੀਂ ਹੋਈ ਸੀ, ਕੈਪਟ ਸਟਿਕਿੰਗ ਸ਼ਟ, ਉਹ ਚਿਪਕ ਕੇ ਦੋਨੋਂ ਜਿਹੜੀ ਪੁਤਲੀਆਂ ਸੀ ਉਹ ਖੂਨ ਦੇ ਨਾਲ ਚਿਪਕਦੀਆਂ ਹੋਣੀਆਂ, ਖੂਨ ਵਗਦਾ ਹੋਣਾ, ਖੂਨ ਜੰਮ ਜਾਂਦਾ ਹੋਣਾ, ਤੇ ਉਹ ਚਿਪਕ ਕੇ ਬਾਰ-ਬਾਰ ਬੰਦ ਹੋਈ ਜਾਂਦੀ ਸੀ। ਕੈਪਟ ਸਟਿਕਿੰਗ ਸ਼ਟ, ਅਰਥਾਤ ਉਹਦੇ ਜਿਹੜੇ ਆਪਣੇ ਆਈਲਿਡ ਹੁੰਦੇ ਨੇ ਉਹ ਜੁੜ ਕੇ ਅੱਖ ਬੰਦ ਹੋਈ ਜਾਂਦੀ ਸੀ। ਐਂਡ ਪੀਰੀਓਡਿਕਲੀ ਮੈਨੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਮੁੜ ਘੜ ਕੇ ਹੀ ਵੁੱਡ ਹੈਵ ਟੂ ਸਟਾਪ, ਉਹਨੂੰ ਰੁਕਣਾ ਪੈਂਦਾ ਸੀ, ਐਂਡ ਓਪਨ ਇਟ ਵਿਦ ਹਿਜ਼ ਗੁੱਡ ਹੈਂਡ, ਤੇ ਉਹਨੂੰ ਆਪਣੇ ਇੱਕ ਜਿਹੜਾ ਚੰਗਾ ਹੱਥ ਸੀ, ਜਿਹੜਾ ਹੱਥ ਫੱਟੜ ਨਹੀਂ ਹੋਇਆ ਸੀ, ਇੱਕ ਹੱਥ ਦਾ ਗੁੱਟ ਟੁੱਟ ਗਿਆ ਸੀ ਜਿਹੜਾ ਹਿਲਦਾ ਨਹੀਂ ਸੀਗਾ, ਤੇ ਜਿਹੜਾ ਹੱਥ ਕੰਮ ਕਰਦਾ ਸੀ, ਗੁੱਡ ਹੈਂਡ ਮੈਨੇ ਕੰਮ ਕਰਦੇ ਹੱਥ ਦੇ ਨਾਲ ਉਹ ਅੱਖ ਨੂੰ ਖੋਲ੍ਹਣਾ ਪੈਂਦਾ ਸੀ। ਫਾਈਨਲੀ ਮੈਨੇ ਓੜਕ, ਅਖੀਰ ਨੂੰ, ਹੀ ਰੀਚ ਦੀ ਹੈਵਰਸੈਕ, ਉਹ ਆਪਣੇ ਪਿੱਠੂ ਦੇ ਕੋਲ ਪਹੁੰਚ ਗਿਆ, ਐਂਡ ਲੇ ਬੈਕ, ਅਤੇ ਪਿੱਠ ਭਾਰ ਲੰਮਾ ਪੈ ਗਿਆ, ਫਿਜ਼ੀਕਲੀ ਡਰੇਨਡ ਫਰੋਮ ਦੀ ਐਗਜ਼ਰਸ਼ਨ, ਇਹ ਜਿਹੜਾ ਉਦਮ ਉਹਨੇ ਕੀਤਾ ਸੀ ਐਗਜ਼ਰਸ਼ਨ, ਵੀ ਜਿਹੜਾ ਰਿੜ ਕੇ ਘਸੀਟ ਕੇ ਹੈਵਰਸੈਕ ਤੱਕ ਆਇਆ ਸੀਗਾ, ਇਸ ਉਦਮ ਨੇ ਉਹਨੂੰ ਉਹਦਾ ਸਾਹ ਸੱਤ ਪੂਰਾ ਖੋਹ ਲਿਆ ਸੀ। ਫਿਜ਼ੀਕਲੀ ਡਰੇਨਡ ਮੈਨੇ
ਉਹਨੂੰ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਸੀ, ਅਰਥਾਤ ਹਾਰ ਹੰਭ ਗਿਆ ਸੀ, ਉਹਦੀ ਸਾਰੀ ਤਾਕਤ ਜਿਹੜੀ ਰਹਿੰਦੀ ਖੁੰਦੀ ਸੀ ਉਹ ਵੀ ਲੈ ਲਈ ਸੀ। ਹੀ ਪ੍ਰੇਡ, ਉਹਨੇ ਅਰਦਾਸ ਕੀਤੀ। ਐਂਡ ਵੰਡਰਡ ਅਤੇ ਅਰਥਾਤ ਹੈਰਾਨੀ ਭਰਿਆ ਸੋਚਿਆ, ਵੀ ਉਹ ਹੈਰਾਨ ਹੋਇਆ ਸੋਚਿਆ। ਵੈਦਰ ਹੀ ਵੁੱਡ ਲਿਵ, ਕਿ ਕੀ ਉਹ ਜੀਵੇਗਾ, ਵੀ ਕੀ ਉਹ ਜਿੰਦਾ ਵੀ ਰਹੇਗਾ। ਐਂਡ ਵਟ ਹੀ ਵੁੱਡ ਲੁੱਕ ਲਾਈਕ ਇਫ ਹੀ ਡਿਡ, ਤੇ ਜੇ ਉਹ ਜਿੰਦਾ ਰਿਹਾ ਵੀ ਤੇ ਉਹ ਕਿਵੇਂ ਦਾ ਦਿਖੇਗਾ, ਅਰਥਾਤ ਉਹਦਾ ਰੰਗ ਰੂਪ, ਉਹਦੀ ਸ਼ਕਲ ਕੀ ਬਣ ਜਾਏਗੀ। ਕਿਉਂਕਿ ਜੋ ਉਹਨੇ ਆਪਣੀ ਜਿਹੜੇ ਫੱਟ ਲੱਗੇ ਸੀ ਉਹਦਾ ਜਾਇਜ਼ਾ ਲਿਆ ਸੀ, ਤੇ ਉਧਰੋਂ ਦੀ ਹੁਣ ਪਿਆ ਹੋਇਆ ਉਹ ਅਰਦਾਸਾਂ ਕਰੇ ਤੇ ਨਾਲ ਸੋਚੇ ਕਿ ਉਹ ਜਿੰਦਾ ਰਹੇਗਾ ਜਾਂ ਨਹੀਂ ਰਹੇਗਾ, ਤੇ ਜੇ ਜਿੰਦਾ ਰਿਹਾ ਤੇ ਉਹ ਕਿਵੇਂ ਦਾ ਰੂਪ ਵਟਾ ਕੇ ਬਾਹਰ ਆਏਗਾ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਲੈਸਨ ਦਾ ਪਾਰਟ ਨੰਬਰ 3, ਤੇ 2 ਕਿਸ਼ਤਾਂ ਦੀਆਂ ਹੋਰ ਹੋਣਗੀਆਂ ਤੇ ਫਿਰ ਅਸੀਂ ਇਹ ਲੈਸਨ ਸਮਾਪਤ ਕਰ ਦਾਂਗੇ। ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।